Hello students, welcome back to our NDA lecture series. In the last lecture, we learnt about prepositions, their types and usage. Today, in the second lecture on prepositions, we will learn the rules of preposition. Prepositions ਦੇ rules ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਿੱਖਾਂਗੇ at, on, in. ਜਿਹੜੇ preposition of time ਹੈ, ਇਹਨਾਂ ਤੋਂ related rules ਕੀ ਨੇ? We have already discussed that at is to be used for the time of the day. ਦਿਨ ਦੇ ਕਿਸੇ ਵੀ ਟਾਈਮ ਬਾਰੇ ਆਪਾਂ ਜਦੋਂ ਗੱਲ ਕਰਨੀ ਹੈ ਬੱਚੋ ਤਾਂ ਆਪਾਂ at use ਕਰਦੇ ਹਾਂ. For example, at midnight, at lunchtime, at sunset, at 5 o'clock. Remember, at as preposition of time ਆਪਾਂ use ਕਰਾਂਗੇ ਜਦੋਂ ਆਪਾਂ ਨੂੰ exact time ਪਤਾ ਹੋਵੇ. ਜਿਵੇਂ midnight is exactly at 12. Lunchtime ਜਿਹੜਾ exact lunch ਆਪਾਂ ਜਦੋਂ ਕਰ ਰਹੇ ਹਾਂ ਜਾਂ ਸਨਸੈਟ ਦਾ ਵੀ ਐਗਜ਼ੈਕਟ ਟਾਈਮ ਹੈ ਤੇ 5 o'clock ਓਬਵੀਅਸਲੀ ਟਾਈਮ ਮੈਂਸ਼ਨ ਕੀਤਾ ਹੋਇਆ ਹੈ. ਔਨ ਆਪਾਂ ਡੇਜ਼ ਜਾਂ ਡੇਟਸ ਲਈ ਯੂਜ਼ ਕਰਦੇ ਹਾਂ ਜਿਵੇਂ ਔਨ ਫਰਾਈਡੇ, ਔਨ 16th ਨਵੰਬਰ, ਔਨ ਮਾਈ ਬਰਥਡੇ, ਔਨ ਨਿਊ ਈਅਰਸ ਡੇ. ਜਦੋਂ ਥੋੜਾ ਟਾਈਮ ਰੈਫਰੈਂਸ ਜ਼ਿਆਦਾ ਹੋ ਜੇ ਤਾਂ ਆਪਾਂ ਔਨ ਯੂਜ਼ ਕਰਨਾ ਹੈ. ਐਟ ਐਗਜ਼ੈਕਟ ਟਾਈਮ ਲਈ ਔਨ ਜਦੋਂ ਦਿਨ ਹੈ. ਹੁਣ ਜਿਹੜਾ ਫਰਾਈਡੇ ਦਿਨ ਹੈ ਇਟ ਕੈਨ ਐਕਸਟੈਂਡ ਫਰੋਮ 12 midnight ਟੂ ਨੈਕਸਟ 12 midnight. ਤਾਂ ਇਸ ਕਰਕੇ ਉਹ ਪੂਰਾ ਦਿਨ 24 ਆਵਰਸ ਹੈ. ਸੋ ਵੀ ਯੂਜ਼ ਔਨ. ਇਨ ਹਮੇਸ਼ਾ ਲੌਂਗਰ ਪੀਰੀਅਡਸ ਲਈ ਯੂਜ਼ ਹੁੰਦਾ ਹੈ ਜਿਵੇਂ ਮੰਥਸ, ਈਅਰਸ ਜਾਂ ਸੀਜ਼ਨ. ਮੰਥਸ ਦੀ ਡਿਊਰੇਸ਼ਨ ਓਬਵੀਅਸਲੀ ਡੇ ਤੋਂ ਜ਼ਿਆਦਾ ਹੈ ਇਸ ਕਰਕੇ ਆਪਾਂ ਇਨ ਯੂਜ਼ ਕਰਾਂਗੇ. ਸੋ ਵੀ ਸੇ ਇਨ ਜੂਨ, in 2024, in winter, in 21st century. We do not use at, on, in before, last, next, every, this. For example, we will say, I will meet you next Friday. We do not say, I will meet you on next Friday. I will meet you on Friday. ਉਹ correct ਹੈ, but ਜਦੋਂ ਆਪਾਂ Friday ਤੋਂ ਪਹਿਲਾਂ next use ਕਰ ਲਿਆ ਤਾਂ ਆਪਾਂ ਉਹਦੇ ਵਿੱਚ ਕੋਈ ਵੀ preposition ਨਹੀਂ use ਕਰਨੀ. They got married last June. ਜੇ last ਨਾ use ਕੀਤਾ ਹੁੰਦਾ ਤਾਂ ਆਪਾਂ ਕਹਿ ਸਕਦੇ ਸੀਗੇ they got married in June. Next sentence, they have dinner together every Sunday. ਹੁਣ ਕਿਉਂਕਿ days ਦੇ ਨਾਲ ਆਪਾਂ on use ਕਰਦੇ ਹਾਂ ਪਰ ਕਿਉਂਕਿ Sunday ਤੋਂ ਪਹਿਲਾਂ ਆਪਾਂ ਕਿਹੜਾ word use ਕਰ ਲਿਆ every. So we will not use any preposition. I have a meeting this Wednesday. ਹੁਣ Wednesday ਤੋਂ ਪਹਿਲਾਂ again it's a day, so we have to use on Wednesday, but because we used the word this before Wednesday, ਤਾਂ ਆਪਾਂ ਕੋਈ ਵੀ preposition ਨਹੀਂ use ਕਰਾਂਗੇ. ਹੁਣ ਬੱਚੋ confusion ਹੋ ਸਕਦੀ ਹੈ ਵੀ ਆਪਾਂ on time ਕਹੀਏ ਜਾਂ in time ਕਹੀਏ. Both are correct. On time ਦਾ ਮਤਲਬ ਹੈ punctual ਜਾਂ late ਨਾ ਹੋਣਾ. If something happens on time, it happens at the time that was planned. ਪਲੈਨਿੰਗ ਦੇ ਮੁਤਾਬਿਕ ਜਿਹੜਾ ਟਾਈਮ ਆਪਾਂ ਡਿਸਕਸ ਕੀਤਾ ਹੋਇਆ ਸੀ ਜਾਂ ਡਿਸਾਈਡ ਕੀਤਾ ਹੋਇਆ ਸੀ ਕੋਈ ਕੰਮ ਉਸ ਪਲੈਨਿੰਗ ਦੇ ਹਿਸਾਬ ਨਾਲ ਹੋ ਰਿਹਾ ਹੋਵੇ ਤੇ ਆਪਾਂ ਕਿਹੜੀ ਪ੍ਰੈਪੋਜੀਸ਼ਨ ਯੂਜ਼ ਕਰਨੀ ਹੈ ਔਨ ਟਾਈਮ. ਦ ਟ੍ਰੇਨ ਲੈਫਟ ਔਨ ਟਾਈਮ. ਡਿਪਾਰਚਰ ਦਾ ਜਿਹੜਾ ਸ਼ੈਡਿਊਲਡ ਟਾਈਮ ਸੀਗਾ ਟ੍ਰੇਨ ਉਸੇ ਟਾਈਮ ਤੇ ਚਲੀ ਗਈ. ਸੋ ਇਟ ਵਾਸ ਪੰਕਚੁਅਲ. ਦ ਕਾਨਫਰੰਸ ਵਾਸ ਵੈਲ ਆਰਗੇਨਾਈਜ਼ਡ. ਐਵਰੀਥਿੰਗ ਬਿਗਨ ਐਂਡ ਫਿਨਿਸ਼ਡ ਔਨ ਟਾਈਮ. ਜਿਹੜਾ ਸ਼ੈਡਿਊਲਡ ਪਲਾਨ ਸੀਗਾ ਉਸੇ ਹਿਸਾਬ ਨਾਲ ਕਾਨਫਰੰਸ ਚੱਲਦੀ ਰਹੀ ਇਸ ਕਰਕੇ ਆਪਾਂ ਕੀ ਪ੍ਰੈਪੋਜੀਸ਼ਨ ਯੂਜ਼ ਕਰਾਂਗੇ ਔਨ ਟਾਈਮ. ਫॉर ਐਗਜ਼ਾਮਪਲ ਆਪਾਂ ਕਹਿ ਸਕਦੇ ਹਾਂ ਪਲੀਜ਼ ਬੀ ਔਨ ਟਾਈਮ ਫॉर ਦ ਮੀਟਿੰਗ. ਬੱਚੋ ਆਪਾਂ ਇਨ ਟਾਈਮ ਕਦੋਂ ਯੂਜ਼ ਕਰਨਾ ਹੈ ਜਦੋਂ ਆਪਾਂ ਕਹਿਣਾ ਹੋਵੇ ਵੀ ਸੂਨ ਇਨਫ ਕੰਮ ਹੋ ਗਿਆ. ਵੀ ਰੀਚ ਦ ਸਟੇਸ਼ਨ ਇਨ ਟਾਈਮ ਟੂ ਕੈਚ ਦ ਟ੍ਰੇਨ. ਦੈਟ ਮੀਨਸ ਆਪਾਂ ਟਾਈਮ ਤੋਂ ਪਹਿਲਾਂ ਤਾਂ ਨਹੀਂ ਸੀਗੇ ਪਰ ਆਪਾਂ ਕਿਸੇ ਤਰ੍ਹਾਂ ਟ੍ਰੇਨ ਫੜ ਲਈ. I want to get home in time to watch the cricket match. ਹੁਣ ਜਦੋਂ ਕ੍ਰਿਕਟ ਮੈਚ ਸ਼ੁਰੂ ਹੋ ਰਿਹਾ ਉਹ ਤੋਂ ਪਹਿਲਾਂ ਮੈਂ ਪਹੁੰਚਣਾ ਚਾਹੁੰਦਾ. I hope her birthday present arrives in time. ਸ਼ੈਡਿਊਲ ਟਾਈਮ ਤੋਂ ਥੋੜਾ ਜਿਹਾ ਹੀ ਪਹਿਲਾਂ ਪਹੁੰਚ ਜਾਏ ਤਾਂ ਆਪਾਂ ਕਹਿਣਾ ਹੁੰਦਾ in time. Now there can be another confusion about the use of at the end and in the end. Again, both the prepositions are correct. ਇਹਨਾਂ ਦੀ ਵਰਤੋਂ ਆਪਾਂ ਕਦੋਂ ਕਰਨੀ ਹੈ? At the end ਆਪਾਂ ਜਦੋਂ ਕਹਿਣਾ ਹੋਵੇ at the time when something ends. ਕੋਈ ਚੀਜ਼ ਜਦੋਂ ਖਤਮ ਹੋਣ ਵਾਲੀ ਹੈ ਤਾਂ ਆਪਾਂ ਕਹਿੰਦੇ ਆ at the end. For example, at the end of the month, ਮਹੀਨੇ ਦੇ end ਦੇ ਵਿੱਚ, at the end of January, at the end of the game. ਕੋਈ ਗੇਮ ਚੱਲ ਰਹੀ ਹੈ, ਕ੍ਰਿਕਟ ਮੈਚ ਚੱਲ ਰਿਹਾ ਹੈ ਤੇ ਆਪਾਂ ਕਹਿਣਾ ਹੋਵੇ ਵੀ ਮੈਚ ਦੇ ਐਂਡ ਵਿੱਚ ਕੀ ਹੋਇਆ
ਤਾਂ ਆਪਾਂ ਕਹਾਂਗੇ at the end. At the end of the course, ਕੋਈ ਪ੍ਰੋਗਰਾਮ, ਕੋਈ ਸਟੱਡੀ ਕੋਰਸ ਆਪਾਂ ਕਰ ਰਹੇ ਹਾਂ ਤਾਂ ਉਹਦੇ ਐਂਡ ਦੇ ਵਿੱਚ ਕੀ ਹੋਣ ਜਾ ਰਿਹਾ ਹੈ? ਫॉर ਐਗਜ਼ਾਮਪਲ ਆਪਾਂ ਕਹਿ ਸਕਦੇ ਹਾਂ there will be an exam at the end of the course. ਜਦੋਂ ਕੋਰਸ ਕੰਪਲੀਟ ਹੋਣ ਵਾਲਾ ਹੋਏਗਾ ਤਾਂ ਆਪਾਂ ਇੱਕ ਐਗਜ਼ਾਮ ਲਵਾਂਗੇ. I'm going away at the end of the month. ਐਗਜ਼ਾਮਪਲ ਹੈ end of the month ਯੂਜ਼ ਕਰ ਰਹੇ ਹਾਂ, ਮਹੀਨੇ ਦੇ ਐਂਡ ਦੇ ਵਿੱਚ ਕੀ ਹੋਣ ਜਾ ਰਿਹਾ? I am going away. In the end ਦਾ ਮਤਲਬ ਹੈ finally. For example, we had lot of problems with the car. We sold it in the end. ਆਪਾਂ ਕਹਿਣਾ ਹੋਵੇ ਜੇ ਕਾਰ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰ ਰਹੀ ਸੀਗੀ ਤੇ ਫਾਈਨਲੀ ਅਸੀਂ ਉਹ ਸੈਲ ਕਰਤੀ. He fought with his friends. In the end, he left the room. ਤੁਹਾਡੀ ਆਰਗੂਮੈਂਟ ਹੋ ਰਹੀ ਹੈ ਆਪਣੇ ਫਰੈਂਡਸ ਨਾਲ ਤੇ ਐਂਡ ਦੇ ਵਿੱਚ ਤੁਸੀਂ ਚਲੇ ਗਏ. In the end, the hero won the battle. ਤੇ ਤੁਸੀਂ ਕਹਾਣੀ ਸੁਣਾ ਰਹੇ ਹੋ ਤੇ ਤੁਸੀਂ ਕਹਿ ਰਹੇ ਹੋ ਵੀ ਉਸ ਬੈਟਲ ਦੇ ਐਂਡ ਦੇ ਵਿੱਚ the hero won it. Now we will talk about two prepositions, in or at. When we say in the hotel, it means we are inside the building. Hotel ਦੀ ਥਾਂ ਤੇ ਆਪਾਂ ਕੋਈ ਹੋਰ ਵੀ noun use ਕਰ ਸਕਦੇ ਹੋ. For example, we can say he was staying in this hotel. That means ਉਸ hotel ਦੇ ਅੰਦਰ ਰਹਿ ਰਹੇ ਸੀ. I met my old friend in the shop. That means inside the shop ਮੈਨੂੰ ਮੇਰਾ friend ਮਿਲਿਆ. I ate my lunch in the room. Room ਦੇ ਵਿੱਚ ਮੈਂ ਆਪਣਾ lunch ਕੀਤਾ. At the hotel ਆਪਾਂ ਕਦੋਂ use ਕਰਦੇ ਹਾਂ? ਜਦੋਂ ਆਪਾਂ noun ਦੀ position ਦੱਸਣੀ ਹੋਵੇ ਕਿ ਉਹ building ਤੋਂ ਬਾਹਰ ਹੈ, outside ਹੈ, ਤਾਂ ਆਪਾਂ at use ਕਰਦੇ ਹਾਂ. For example, he is standing at the hotel entrance. That means ਉਹ hotel ਦੀ building ਦੇ ਅੰਦਰ ਨਹੀਂ ਹੈ, ਉਹ ਬਾਹਰ ਵੇਟ ਕਰ ਰਿਹਾ ਹੈ, hotel ਦੀ entrance ਤੇ ਵੇਟ ਕਰ ਰਿਹਾ ਹੈ, ਤਾਂ ਆਪਾਂ at use ਕਰਾਂਗੇ. I will meet you at the corner shop. ਹੁਣ ਆਪਾਂ ਸ਼ਾਪ ਦੇ ਅੰਦਰ ਨਹੀਂ ਆ ਪਰ ਸ਼ਾਪ ਦੇ ਬਾਹਰ ਮਿਲਣ ਦੀ ਗੱਲ ਕਰ ਰਹੇ ਹਾਂ. He was waiting at the cinema hall. ਇੱਥੇ ਉਹ ਸਿਨੇਮਾ ਹਾਲ ਦੇ ਬਾਹਰ ਹੈ, ਸਿਨੇਮਾ ਹਾਲ ਦੇ ਅੰਦਰ ਨਹੀਂ ਹੈ. ਜੇ ਉਹ ਸਿਨੇਮਾ ਹਾਲ ਦੇ ਅੰਦਰ ਕੋਈ ਮੂਵੀ ਦੇਖ ਰਿਹਾ ਤੇ ਆਪਾਂ ਕਹਾਂਗੇ he was watching a movie in the cinema hall. When do we say at the door and when do we say on the door? ਜਦੋਂ ਕੋਈ ਡੋਰ ਤੇ ਖੜਾ ਹੈ ਤਾਂ ਆਪਾਂ ਕਹਿੰਦੇ ਆ there is a man at the door. ਜਾਂ ਜਦੋਂ ਆਪਾਂ ਕਹਿਣਾ ਹੋਵੇ ਕਿ ਕੋਈ ਨੋਟਿਸ ਡੋਰ ਤੇ ਲੱਗਿਆ ਹੋਇਆ ਹੈ ਤਾਂ ਆਪਾਂ ਕਹਾਂਗੇ there is a notice on the door. In versus on. The oil is in the bottle. ਆਪਾਂ ਉਹਦੀ ਪੋਜੀਸ਼ਨ ਦੱਸ ਰਹੇ ਹਾਂ, ਉਹ ਬੋਟਲ ਦੇ ਅੰਦਰ ਹੈ. The label is on the bottle. ਕਿਉਂਕਿ ਉਹ ਬੋਟਲ ਦੇ ਉੱਪਰ ਲੱਗਿਆ ਹੋਇਆ ਆਪਾਂ ਯੂਜ਼ ਕਰਾਂਗੇ on. ਬੱਚੋ in, at, on preposition of place ਵੀ ਹੈ. ਜਦੋਂ ਆਪਾਂ place ਦੀ ਗੱਲ ਕਰ ਰਹੇ ਹਾਂ ਤਾਂ ਆਪਾਂ in, at, on ਕਿਵੇਂ ਯੂਜ਼ ਕਰ ਸਕਦੇ ਹਾਂ? For example, ਆਪਾਂ in the front ਕਹੀਏ, at the front ਕਹੀਏ ਜਾਂ on the front ਕਹਿ ਸਕਦੇ ਹਾਂ. All three are correct, but when do we use these? For example, ਜੇ ਆਪਾਂ ਕਾਰ ਦੇ ਅੱਗੇ ਜਾਂ ਕਾਰ ਦੇ ਪਿੱਛੇ ਵਾਲੀ ਸੀਟ ਤੇ ਬੈਠੇ ਹੋਏ ਆ ਤਾਂ ਆਪਾਂ ਕਹਾਂਗੇ in the front of a car, in the back of a car. ਜੇ ਆਪਾਂ ਬਿਲਡਿੰਗ ਜਾਂ ਥੀਏਟਰ ਤੇ ਆ ਤੇ ਆਪਾਂ ਕਹਾਂਗੇ at the front of the building or at the back of the building. ਜਾਂ ਜੇ ਆਪਾਂ ਕਿਸੇ ਗਰੁੱਪ ਦੇ ਵਿੱਚ ਖੜੇ ਆ ਤਾਂ ਆਪਾਂ ਕਹਿ ਸਕਦੇ ਹਾਂ I was at the front or I was at the back. ਕਿਸੇ envelope ਜਾਂ piece of paper ਤੇ ਕੁਝ ਲਿਖਣਾ ਹੈ ਤੇ ਆਪਾਂ ਕਹਾਂਗੇ on the front of the envelope or on the back of the paper. For example, I was in the front of the car when we had the accident. So ਮੇਰੀ ਪੋਜੀਸ਼ਨ ਕੀ ਸੀਗੀ? ਮੈਂ ਕਿੱਥੇ ਬੈਠੀ ਸੀਗੀ? ਫਰੰਟ 'ਚ. ਤਾਂ ਇਹਦੇ ਵਿੱਚ ਆਪਾਂ ਕਹਾਂਗੇ in the front. The garden is at the front of the house. ਕਿਸੇ ਬਿਲਡਿੰਗ ਦੇ ਫਰੰਟ ਤੇ ਜਾਂ ਕਿਸੇ ਬਿਲਡਿੰਗ ਦੇ ਬੈਕ ਤੇ ਕੋਈ ਚੀਜ਼ ਹੈ ਤਾਂ ਆਪਾਂ at ਯੂਜ਼ ਕਰਾਂਗੇ. Third sentence, I wrote on the back of the paper. That means paper ਦੇ ਉੱਤੇ ਆਪਾਂ ਕੁਝ ਲਿਖ ਰਹੇ ਸੀਗੇ ਫਰੰਟ ਤੇ ਜਾਂ ਬੈਕ ਤੇ ਆਪਾਂ ਕਿਹੜੀ ਪ੍ਰੈਪੋਜੀਸ਼ਨ ਯੂਜ਼ ਕਰਨੀ ਹੈ? on. ਟਰਾਂਸਪੋਰਟ ਦੇ ਨਾਲ ਆਪਾਂ in ਯੂਜ਼ ਕਰਨਾ ਹੈ ਜਾਂ on ਯੂਜ਼ ਕਰਨਾ ਹੈ. For example, whether it is correct to say in a car or on a car. ਬੱਚੋ ਇਹਦੇ ਵੀ ਰੂਲਸ ਨੇ. ਜਦੋਂ ਵੀ ਕੋਈ ਵਹੀਕਲ ਸਮਾਲ ਹੈ, ਪ੍ਰਾਈਵੇਟ ਵਹੀਕਲ ਹੈ ਜਾਂ ਐਨਕਲੋਜ਼ਡ ਹੈ ਤੇ ਤੁਸੀਂ ਆਪਣੇ ਆਪ ਨੂੰ ਇਮੇਜਿਨ ਕਰਦੇ ਹੋ that you are inside that vehicle, then we use in. So we say in a car, in a taxi, in a van,
in a helicopter. ਜਦੋਂ ਵਹੀਕਲ ਵੱਡੀ ਹੋਵੇ, ਪਬਲਿਕ ਟਰਾਂਸਪੋਰਟ ਹੋਵੇ ਤੇ ਜਿਹਦੇ ਵਿੱਚ ਤੁਸੀਂ ਵਾਕ ਅਰਾਊਂਡ ਕਰ ਸਕਦੇ ਹੋ, ਦੈਟ ਮੀਨਸ ਚੱਲ ਫਿਰ ਸਕਦੇ ਹੋ, ਜਿਹਦੇ ਵਿੱਚ ਤੁਸੀਂ ਬਾਕੀਆਂ ਨਾਲ ਸਪੇਸ ਸ਼ੇਅਰ ਕਰ ਰਹੇ ਹੋ, ਇਹੋ ਜਿਹੇ ਟਰਾਂਸਪੋਰਟ ਲਈ ਅਸੀਂ ਔਨ ਯੂਜ਼ ਕਰਦੇ ਹਾਂ. ਫॉर ਐਗਜ਼ਾਮਪਲ ਔਨ ਅ ਬੱਸ, ਔਨ ਅ ਟ੍ਰੇਨ, ਔਨ ਅ ਪਲੇਨ, ਔਨ ਅ ਸ਼ਿਪ, ਔਨ ਅ ਬਾਈਸਾਈਕਲ ਔਰ motorcycle. So we say on the bus, on the plane. Let's have a quick recap. Why do we say on the bus or on the plane? Number one, because you're part of a collective mode of transport. एक public transport ਦਾ ਹਿੱਸਾ ਹੋ ਤੁਸੀਂ. We can walk around in them. Second reason ਆਪਾਂ on ਕਿਉਂ use ਕਰ ਰਹੇ ਹਾਂ ਇਹਨਾਂ modes of transport ਦੇ ਨਾਲ, ਕਿਉਂਕਿ ਆਪਾਂ ਇਹਨਾਂ ਵਿੱਚ walk around ਕਰ ਸਕਦੇ ਹਾਂ. For cars and taxis, we always say in a car or in a taxi. क्यों? क्योंकि सब तो पहली गल, these are small vehicles, ते ये private vehicles हैं, ते इना विच असी walk around नहीं कर सकते. एक quick comparison देखते हैं. I was in a car when the accident happened. So car दे नाल in use कर रहे हैं. I met her on the bus. Bus दे नाल अपा on preposition use कर रहे हैं. We are flying on a plane to Delhi. So plane de naal on, and he is on a bike, but she is in a car. Car is an enclosed space, is karke in. Bike is open, so we say on. Appa in the corner कहना है या at the corner कहना है. इधर rule देखते हैं. For example, the table is in the corner of the room. Enclosed space है, ता appa कहांगे in the corner. पर at the corner कदों कहना है? ਜਦੋਂ ਓਪਨ ਸਪੇਸ ਦੇ ਵਿੱਚ ਆਪਾਂ ਕਿਸੇ ਕੋਨੇ 'ਚ ਖੜੇ ਹੋਈਏ. ਦ ਮੈਨ ਇਜ਼ ਸਟੈਂਡਿੰਗ ਐਟ ਦੀ ਕਾਰਨਰ. ਬੱਚੋ ਹੁਣ ਆਪਾਂ ਪ੍ਰੈਪੋਜੀਸ਼ਨ ਕੋਲੋਕੇਸ਼ਨਸ ਸਿੱਖਦੇ ਆ. ਵਾਟ ਆਰ ਪ੍ਰੈਪੋਜੀਸ਼ਨ ਕੋਲੋਕੇਸ਼ਨਸ? ਅ ਕੋਲੋਕੇਸ਼ਨ ਇਜ਼ ਅ ਨੈਚੁਰਲ ਕੰਬੀਨੇਸ਼ਨ ਆਫ ਵਰਡਸ that native speakers often use together. ਕੁਝ ਪ੍ਰੈਪੋਜੀਸ਼ਨਸ ਕੁਝ ਵਰਡਸ ਦੇ ਨਾਲ ਫਿਕਸਡ ਹੁੰਦੀਆਂ ਨੇ. ਫॉर एग्जांपल ਕਿਸੇ ਵਰਡ ਯਾਨੀ ਕਿ ਕੋਈ ਵਰਬ, ਕੋਈ ਐਡਜੈਕਟਿਵ ਜਾਂ ਕੋਈ ਨਾउन ਕਿਸੇ ਸਪੈਸਿਫਿਕ ਪ੍ਰੈਪੋਜੀਸ਼ਨ ਦੇ ਨਾਲ ਹੀ ਯੂਜ਼ ਹੁੰਦਾ ਹੋਵੇ ਤਾਂ ਆਪਾਂ ਉਹਨੂੰ ਪ੍ਰੈਪੋਜੀਸ਼ਨ ਕੋਲੋਕੇਸ਼ਨ ਕਹਿੰਦੇ ਆ. ਕੁਝ ਵਰਬਸ ਦੇ ਨਾਲ ਸਪੈਸਿਫਿਕ ਪ੍ਰੈਪੋਜੀਸ਼ਨਸ ਯੂਜ਼ ਹੁੰਦੀਆਂ ਨੇ. ਫॉर एग्जांपल ਜਦੋਂ ਆਪਾਂ ਡਿਪੈਂਡ ਵਰਬ ਯੂਜ਼ ਕਰਨਾ ਹੈ ਤਾਂ ਡਿਪੈਂਡ ਦੇ ਨਾਲ ਅਸੀਂ ਹਮੇਸ਼ਾ ਔਨ ਯੂਜ਼ ਕਰਦੇ ਆ. ਵੀ ਡਿਪੈਂਡ ਔਨ ਆਰ ਪੈਰੈਂਟਸ. ਲਿਸਨ ਦੇ ਨਾਲ ਹਮੇਸ਼ਾ ਟੂ ਯੂਜ਼ ਕਰਨਾ ਹੈ ਬੱਚੋ. ਪਲੀਜ਼ ਲਿਸਨ ਟੂ ਦ ਟੀਚਰ. Or when you say, I love listening to music. Belong ਦੇ ਨਾਲ ਕਿਹੜੀ preposition ਹਮੇਸ਼ਾ use ਹੋਏਗੀ? To. The book belongs to me. Rely ਦੇ ਨਾਲ ਹਮੇਸ਼ਾ on because you rely on somebody. Succeed ਦੇ ਨਾਲ ਹਮੇਸ਼ਾ in preposition use ਹੁੰਦੀ ਹੈ. We say that I succeeded in my life. He succeeded in solving the problem. ਬੱਚੋ ਇੱਥੇ ਆਪਾਂ ਥੋੜੇ ਹੀ ਐਗਜ਼ਾਮਪਲਸ ਡਿਸਕਸ ਕਰ ਰਹੇ ਹਾਂ, ਬਟ ਥੀਸ ਪ੍ਰੈਪੋਜੀਸ਼ਨ ਕੋਲੋਕੇਸ਼ਨਸ ਆਰ ਅ ਲੋਟ ਮੈਨੀ. ਤੁਸੀਂ ਕਿਸੇ ਵੀ ਅੱਛੀ ਗ੍ਰਾਮਰ ਬੁੱਕ ਤੋਂ ਇਹ ਪ੍ਰੈਪੋਜੀਸ਼ਨ ਕੋਲੋਕੇਸ਼ਨਸ ਦੇਖ ਸਕਦੇ ਹੋ. ਇੱਕ ਪ੍ਰੈਕਟਿਸ ਵਰਕਸ਼ੀਟ ਕਰ ਲੈਂਦੇ ਹਾਂ. ਸ਼ੀ ਇਜ਼ ਅਫਰੇਡ ਆਫ ਸਪਾਈਡਰਸ. ਅਫਰੇਡ ਦੇ ਨਾਲ ਹਮੇਸ਼ਾ ਆਪਾਂ ਆਫ ਯੂਜ਼ ਕਰਨਾ ਹੈ ਬੱਚੋ. ਦਿਸ ਪੈਨ ਬਿਲੋਂਗਸ. ਬਿਲੋਂਗ ਦੇ ਨਾਲ ਹਮੇਸ਼ਾ ਟੂ ਯੂਜ਼ ਹੁੰਦਾ ਹੈ, ਇਸ ਕਰਕੇ ਆਪਾਂ ਕਰੈਕਟ ਸੈਂਟੈਂਸ ਬਣਾਵਾਂਗੇ. ਦਿਸ ਪੈਨ ਬਿਲੋਂਗਸ ਟੂ ਮੀ. He is interested dash learning French. Interested ਦੇ ਨਾਲ in use ਹੁੰਦਾ ਹੈ. He is interested in learning French. Hard work is the key dash success. Key ਦੇ ਨਾਲ to use ਹੋਏਗਾ. Hard work is the key to success. Errors. He is sitting in the table. ਇੱਥੇ in preposition is wrongly used. The correct answer would be he is sitting on the table. ਇਹਦਾ rule ਕੀ ਹੈ? In is always used for enclosed spaces. On ਹਮੇਸ਼ਾ surface ਲਈ use ਹੁੰਦਾ ਹੈ, ਕਿਉਂਕਿ ਤੁਸੀਂ ਟੇਬਲ ਤੇ ਬੈਠੇ ਹੋ ਤਾਂ ਇਸ ਕਰਕੇ ਆਪਾਂ on table ਲਿਖਾਂਗੇ. In and at preposition ਦੇ ਵਿੱਚ ਕਿਹੜੇ errors ਆ ਸਕਦੇ ਨੇ ਬੱਚੋ? She is waiting in the bus stop. This is incorrect. ਇਹਦੇ ਵਿੱਚ ਕਿਹੜੀ preposition use ਹੋਣੀ ਚਾਹੀਦੀ ਸੀਗੀ? At. So the correct sentence would be she is waiting at the bus stop. In the next sentence, he is good in mathematics. Here again, in is the incorrect preposition. The correct sentence would be he is good at mathematics. Rule की है,
at is always used for specific points. किसी specific point या location ਲਈ ਆਪਾਂ at use ਕਰਦੇ ਹਾਂ ਤੇ in ਹਮੇਸ਼ਾ general places ਜਾਂ enclosed spaces ਲਈ use ਕਰਨਾ ਹੈ. On ਤੇ at ਦੇ ਵਿੱਚ ਕੀ error ਹੋ ਸਕਦਾ ਹੈ? He is on the station. This is incorrect. On ਦੀ ਥਾਂ ਤੇ ਆਪਾਂ at preposition use ਕਰਨੀ ਹੈ. He is at the station. In the next sentence, preposition at use ਹੋਈ ਹੈ. He is at the bus. Correct preposition on होनी चाहिए. He is on the bus. When we use bus in a sentence, so the mode of transport is public and you can move around in it. So we say he is on the bus. Let's do a worksheet. She is married with a doctor. Now preposition collocation ਦੇ ਵਿੱਚ married ਦੇ ਨਾਲ to ਲੱਗਦਾ ਹੈ, with ਨਹੀਂ ਲੱਗਦਾ. So the correct sentence would be she is married to a doctor. Please listen the teacher carefully. ਇਹਦੇ ਵਿੱਚ listen ਦੇ ਨਾਲ to preposition ਲੱਗਣੀ ਚਾਹੀਦੀ ਹੈ. So the correct sentence would be please listen to the teacher carefully. Sentence number 3. He prefers coffee than tea. ਬੱਚੋ prefers ਦੇ ਨਾਲ to ਲੱਗਦਾ ਹੈ. So the correct sentence would be he prefers coffee to tea. Sentence number 4. We are waiting you at the station. Now waiting ਦੇ ਨਾਲ for preposition ਲੱਗੇਗੀ. So we are waiting for you at the station. The pen is in the table. ਇਹਦੇ ਚ ਕੀ error ਹੈ? Since pen is on the surface of the table, ਤੇ surface ਲਈ ਆਪਾਂ on use ਕਰਦੇ ਹਾਂ. In ਆਪਾਂ ਕਦੋਂ use ਕਰਦੇ ਹਾਂ? Enclosed spaces ਦੇ ਵਿੱਚ. So the correct sentence would be the pen is on the table. Thank you, students. Stay tuned with us for our next lecture on subject and verb agreement.